करेगा, राज करेगा। बंदी ਸਿੰਘਾਂ ਨੂੰ ਰਿਹਾ करो, बंदी ਸਿੰਘਾਂ ਨੂੰ ਰਿਹਾ करो। देख देख राज करेगा, राज करेगा। बंदी ਸਿੰਘਾਂ ਨੂੰ बंदी ਸਿੰਘਾਂ ਨੂੰ देख देख राज करेगा, राज करेगा। बंदी ਸਿੰਘਾਂ ਨੂੰ बंदी ਸਿੰਘਾਂ ਨੂੰ देख देख राज करेगा, राज करेगा। बंदी ਸਿੰਘਾਂ ਨੂੰ बंदी ਸਿੰਘਾਂ ਨੂੰ देख देख पंथ की बंदी ਸਿੰਘਾਂ ਨੂੰ वाहिगुरू जी का खालसा वाहिगुरू जी की फतेह। श्री दरबार साहब श्री अमृतसर साहिब जी उत्ते 1984 विच मिसिज इंदिरा गांधी ने टैंकां तोपां नाल हमला करके अकाल तख्त साहिब नूं ढह ढेरी कर दिता सी। हरमंदर की परिक्रमा भी सिੱਖੀ शहीद की और 6000 तो ਵੱਧ गुरु ग्रंथ साहिब जी के ਸਰੂਪ आगन भेंट किए गए। फिर उस तो बाद इंदिरा गांधी के कतल तो बाद 200 तो ਵੱਧ ਥਾਵਾਂ ਤੇ ਸਿੱਖਾਂ ਦਾ देश ਵਿੱਚ कतलम किया गया। पंजाब के मुख्य मंत्री सरदार बेअंत सिंह की अगवाई विच पंजाब पुलिस ने झूठे पुलिस मुकाबले बना के एक तरह नाल सिखां दा नस्लकुशी करन दा ऐलान किया गया सी। उस समय कुछ गैरतमंद ਸਿੰਘਾਂ ने सरकार के एक्शन के खिलाफ रिएक्शन किया, हथियारबंद मूवमेंट आरंभ की और उन्होंने कानून ने सजावां दे दित्तियां। वो अपनियां सजावां पूरियां कर चुके हैं। अज कोई भी सिंह ऐसा नहीं है जिहदी सज़ा पूरी नहीं हो चुकी। 33 साल तो जेल दियां दीवारां अंदर सिख जिहड़े ने सड़ रहे हैं। घट गिणतियां नाल कांग्रेस भी धक्का करती रही, घट गिणतियां नाल अज बीजेपी की सरकार भी धक्का कर रही है। दिल्ली विच आम आदमी पार्टी की सरकार धक्का करती है। तो मैं समझदा इस जबर जुल्म अत्याचार के खिलाफ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ DC ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ एक दस्तखती मुहिम चलावांगे। फिर ਉਹਦਾ एक ਵੱਡਾ ट्रकों का पलंदे भर के राष्ट्रपति ते गवर्नर पंजाब नूं रिहाई दे मामले देण दा यतन करांगे। जे उस तो बाद भी कोई सुनवाई ना हुई फिर अगला संघर्ष श्रोमणी गुरुद्वारा प्रबंधक कमेटी वो अपना अजलास सद के विचार करेगी। फिर भावें मोर्चा लाना पवे, कुछ होर करना पवे। हुण बंदी ਸਿੰਘਾਂ नूं रिहा करवाए बगैर कोई चारा नहीं। साडा सारिਆਂ ਦਾ फर्ज है, धर्म है कि आपां वड्डी गिणती विच इहदे विच शमूलीयत करिए। मैं अज दी संगत का बहुत बहुत धन्नवाद करदा जिन्हां ने बहुत वड्डी गिणती विच इह संघर्ष विच शमूलीयत कीती है। वाहिगुरू जी का खालसा, वाहिगुरू जी की फतेह।
ਸਿੰਘਾਂ ਨੂੰ ਦੇਖ ਦੇਖ राज करेगा, राज करेगा। बंदी ਸਿੰਘਾਂ ਨੂੰ बंदी ਸਿੰਘਾਂ ਨੂੰ देख देख राज करेगा, राज करेगा। बंदी ਸਿੰਘਾਂ ਨੂੰ बंदी ਸਿੰਘਾਂ ਨੂੰ देख देख राज करेगा, राज करेगा। बंदी ਸਿੰਘਾਂ ਨੂੰ बंदी ਸਿੰਘਾਂ ਨੂੰ देख देख पंथ की बंदी ਸਿੰਘਾਂ ਨੂੰ देख देख। वाहिगुरू जी का खालसा वाहिगुरू जी की फतेह। श्री दरबार साहब श्री ਅੰਮ੍ਰਿਤਸਰ ਸਾਹਿਬ जी उत्ते 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਬੰਦੀ ਸਿੰਘਾਂ ਨੂੰ, ਬੰਦੀ ਸਿੰਘਾਂ ਨੂੰ
ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਪੰਥ ਕੀ ਬੰਦੀ ਸਿੰਘਾਂ ਨੂੰ ਦੇਖ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਦੇਖ
ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਪੰਥ ਕੀ ਬੰਦੀ ਸਿੰਘਾਂ ਨੂੰ ਦੇਖ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਆ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ ਪੰਥ ਕੀ ਬੰਦੀ ਸਿੰਘਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ राज करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ राज करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ राज करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ 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 ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ ਰਾਜ ਕਰੇਗਾ ਰਾਜ ਕਰੇਗਾ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ राज करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ राज करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ राज करेगा राज करेगा ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਦੇਖ ਦੇਖ पंथ की ਬੰਦੀ ਸਿੰਘਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ 1984 ਵਿੱਚ ਮਿਸਿਜ਼ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ ਔਰ 6000 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਕੀਤੇ ਗਏ। ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 200 ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਦੇਸ਼ ਵਿੱਚ ਕਤਲਮ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਕੁਝ ਗੈਰਤਮੰਦ ਸਿੰਘਾਂ ਨੇ ਸਰਕਾਰ ਦੇ ਐਕਸ਼ਨ ਦੇ ਖਿਲਾਫ ਰਿਐਕਸ਼ਨ ਕੀਤਾ, ਹਥਿਆਰਬੰਦ ਮੂਵਮੈਂਟ ਆਰੰਭ ਕੀਤੀ ਔਰ ਉਹਨਾਂ ਨੂੰ ਕਾਨੂੰਨ ਨੇ ਸਜ਼ਾਵਾਂ ਦੇ ਦਿੱਤੀਆਂ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅੱਜ ਕੋਈ ਵੀ ਸਿੰਘ ਐਸਾ ਨਹੀਂ ਹੈ ਜਿਹਦੀ ਸਜ਼ਾ ਪੂਰੀ ਨਹੀਂ ਹੋ ਚੁੱਕੀ। 33 ਸਾਲ ਤੋਂ ਜੇਲ੍ਹ ਦੀਆਂ ਦੀਵਾਰਾਂ ਅੰਦਰ ਸਿੱਖ ਜਿਹੜੇ ਨੇ ਉਹ ਸੜ ਰਹੇ ਨੇ। ਘੱਟ ਗਿਣਤੀਆਂ ਨਾਲ ਕਾਂਗਰਸ ਵੀ ਧੱਕਾ ਕਰਦੀ ਰਹੀ, ਘੱਟ ਗਿਣਤੀਆਂ ਨਾਲ ਅੱਜ ਬੀਜੇਪੀ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰਦੀ ਹੈ। ਤੇ ਮੈਂ ਸਮਝਦਾ ਇਸ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣੀ ਅਗਵਾਈ ਵਿੱਚ ਪੂਰੇ ਪੰਥ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾਵੇ, ਬੰਦੀ ਸਿੰਘਾਂ ਦੀ ਜੱਦੋ-ਜਹਿਦ ਦਾ ਸੰਘਰਸ਼ ਆਰੰਭ ਕਰੇ। ਅੱਜ ਮੈਂ ਸਮਝਦਾ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜੇ ਨੇ ਆਰੰਭ ਕਰ ਦਿੱਤੇ ਗਏ ਨੇ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸੱਜਣ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ, ਵਿਦਿਆਰਥੀ ਇੱਥੇ ਇਸ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਸਵਾਗਤ ਵੀ ਕਰਦਾ ਔਰ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਇਹ ਸੰਘਰਸ਼ ਰੁਕ ਨਹੀਂ ਸਕੇਗਾ। ਇਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਅਸੀਂ ਥੋੜੇ ਦਿਨਾਂ ਬਾਅਦ ਸਰਕਾਰ ਦਾ ਰਿਐਕਸ਼ਨ ਦੇਖਾਂਗੇ ਅੱਜ ਦੇ ਸੰਘਰਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਰਜ਼ਮੀਨ ਉੱਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਦਸਤਖਤੀ ਮੁਹਿੰਮ ਚਲਾਵਾਂਗੇ। ਫਿਰ ਉਹਦਾ ਇੱਕ ਵੱਡਾ ਟਰੱਕਾਂ ਦਾ ਪਲੰਦੇ ਭਰ ਕੇ ਰਾਸ਼ਟਰਪਤੀ ਤੇ ਗਵਰਨਰ ਪੰਜਾਬ ਨੂੰ ਰਿਹਾਈ ਦੇ ਮਾਮਲੇ 'ਚ ਦੇਣ ਦਾ ਯਤਨ ਕਰਾਂਗੇ। ਜੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਈ ਫਿਰ ਅਗਲਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਅਜਲਾਸ ਸੱਦ ਕੇ ਵਿਚਾਰ ਕਰੇਗੀ। ਫਿਰ ਭਾਵੇਂ ਮੋਰਚਾ ਲਾਉਣਾ ਪਵੇ, ਕੁਝ ਹੋਰ ਕਰਨਾ ਪਵੇ। ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰਵਾਏ ਬਗੈਰ ਕੋਈ ਚਾਰਾ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਹੈ, ਧਰਮ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਮੂਲੀਅਤ ਕਰੀਏ। ਮੈਂ ਅੱਜ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ये सारे दोस्तों ਨੂੰ ਸਲਾਮ। ਸੋ ਮੈਂ ਬਾਈ ਦੀ ਦੁਕਾਨ ਤੇ ਆਇਆ ਸੀਗਾ, ਜਿਸ ਤਰ੍ਹਾਂ ਇੱਥੇ ਮਲ ਟਾਊਨ ਦੇ ਵਿੱਚ ਦੁਕਾਨ ਆ ਉਹਨਾਂ ਦੀ। ਸੋ ਬਹੁਤ ਹੀ ਬਿਹਤਰੀਨ ਫੋਨ ਇੱਥੇ ਮਿਲ ਰਹੇ ਆ ਔਰ ਇੰਨੀ ਲੋ ਕੋਸਟ ਦੇ ਵਿੱਚ ਮੈਂ ਕਿਤੇ ਵੀ ਇਹ ਫੋਨ ਲੁਧਿਆਣਾ ਪੂਰਾ ਲੱਭ ਲਿਆ, ਨਹੀਂ ਮਿਲਿਆ ਸੀਗਾ। ਬਾਈ ਦੀ ਦੁਕਾਨ ਤੇ ਕਿਆ ਵਾਕਮਾਲ ਫੋਨ ਪਏ ਨੇ ਔਰ ਮੈਂ ਚਾਹੁੰਦਾ ਵੀ ਇੱਥੇ ਇਹਨਾਂ ਦੀ ਸ਼ਾਪ ਦਾ ਨਾਮ ਲਿਖਿਆ ਹੋਇਆ ਪਿੱਛੇ ਔਰ ਇੱਥੇ ਆਣ। ਬਹੁਤ ਸੇ ਅੱਛੇ ਫੋਨ ਪਏ, ਆਈਫੋਨ, सारी डिमांड ਜਿਹੜੀ ਵੀ ਤੁਹਾਡੀ डिमांड है वो सारी पूरी होगी और ਤੁਹਾਨੂੰ अच्छा रेट मिलेगा। थैंक यू। ਇੱਥੇ आओ और फोन ਵਧੀਆ ਲੈ ਕੇ जाओ।